चंडीगढ़ में भगवंत मान ने प्रेस कॉन्फ्रेंस की। भगवंत मान ने कहा कि किसानी आंदोलन में अगर नीयत साफ हो तो सरकार बहुत कुछ कर सकती है। केंद्र की बैठक से उम्मीद बहुत थी, पर जिस तरह की नीति टालमटोल व अड़ियल की रही वह निंदनीय है, क्योंकि 7 घंटे से ज्यादा समय किसानों के साथ बैठक होती रही लेकिन कुछ नहीं हुआ, जबकि यह 7 मिनट का काम है कि आपकी बात सही है और वह लोकसभा का सेशन बुलाकर हम इसे बिदकते हैं, जबकि यह जो व्यवहार है भाजपा का वह इंसानियत के खिलाफ है, क्योंकि बच्चे से लेकर बुजुर्ग ठंड में बैठे हुए हैं। लोकसभा स्पीकर को मैंने चिट्ठी लिखी कि किसानों की भावनाओं को समझते हुए एक दिन का सेशन बुलाया जाए, फिर केंद्र के कानूनों के खिलाफ कार्रवाई शुरू हो। जब बड़े मुद्दों पर सुप्रीम कोर्ट रात को खुल सकता है तो विशेषतर लोकसभा क्यों नहीं चलाई जा रही। आज शरारती लोग पकड़े जा रहे हैं जिस पर किसान की गहन नजर है। CAA NRC बनाकर कहा मुसलमानों को समझाएंगे, GST पर व्यापारियों और नोटबंदी लागू कर जनता को कहा कि समझाएंगे, आपको समझ नहीं है। ऐसे ही अब किसानों को कानून को लेकर कहा जा रहा है तो लगता है कि जैसे यह किसी और ग्रह से आए हों। BSF जिस तरह दिल्ली बॉर्डर पर लगा दी गई है तो यह देश का अपना हिस्सा है। इससे पता चलता है कि दिल में कुछ और असलियत में कुछ और है। CM की भी जो अमित शाह से बैठक हुई उसमें भी राष्ट्रीय सुरक्षा की बात हुई, जबकि जो अन्नदाता देश का पेट भरता है वह उनके बच्चे बॉर्डर पर देश की रक्षा कर रहे हैं, तो वह देश विरोधी कैसे। नेशनल 18 के लिए चंडीगढ़ से मोहन की रिपोर्ट। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਪ੍ਰਿੰਟ ਮੀਡੀਆ ਤੋਂ, ਇਲੈਕਟ੍ਰੋਨਿਕ ਮੀਡੀਆ ਤੋਂ, ਸੋਸ਼ਲ ਮੀਡੀਆ ਤੇ ਜਿੰਨੇ ਵੀ ਮੰਚਾਂ ਤੋਂ ਤੁਸੀਂ ਇੱਥੇ ਪਹੁੰਚੇ ਹੋ। ਮੈਂ 3-4 ਪੁਆਇੰਟ ਜਿਹੜੇ ਨੇ ਬੜੇ ਮਹੱਤਵਪੂਰਨ ਖਾਸ ਪੁਆਇੰਟ ਨੇ ਜਿਹੜੇ ਮੈਂ ਤੁਹਾਡੇ ਸਾਹਮਣੇ ਅੱਜ ਰੱਖਣਾ ਚਾਹੂੰਗਾ ਤੁਹਾਡੇ ਜ਼ਰੀਏ, ਤਾਂ ਕਿ ਪਤਾ ਲੱਗੇ ਸਾਰਿਆਂ ਨੂੰ ਕਿ ਜਿਹੜਾ ਇੱਕ ਕਿਸਾਨੀ ਦਾ ਸੰਘਰਸ਼ ਹੈ ਇਹਦੇ ਵਿੱਚੋਂ ਕੀ ਨਿਕਲ ਸਕਦਾ ਹੈ, ਕੀ ਹੋ ਕਰ ਸਕਦੀ ਹੈ ਸਰਕਾਰ ਜੇ ਨੀਅਤ ਸਾਫ਼ ਹੋਵੇ, ਤੇ ਕਿਸ ਤਰ੍ਹਾਂ ਦੀਆਂ ਚਾਲਾਂ ਜਿਹੜੀਆਂ ਇਸ ਸੰਘਰਸ਼ ਨੂੰ ਫਿੱਕਾ ਪਾਉਣ ਦੀਆਂ ਚੱਲ ਰਹੀਆਂ। ਸਭ ਤੋਂ ਪਹਿਲਾਂ ਤਾਂ ਕੱਲ ਜੋ ਹੋਇਆ ਬੜੀ ਉਮੀਦ ਸੀਗੀ, ਅਰਦਾਸਾਂ ਕੀਤੀਆਂ ਲੋਕਾਂ ਨੇ ਕਿ ਅੱਜ ਕੇਂਦਰ ਸਰਕਾਰ ਨਾਲ ਮੀਟਿੰਗ ਹੈ ਤੇ ਕੋਈ ਹੱਲ ਨਿਕਲਿਆ ਆਵੇ ਤਾਂ ਇਹ ਜਿਹੜਾ ਸੰਘਰਸ਼ ਜਿਹੜਾ ਅੰਦੋਲਨ ਚੱਲ ਰਿਹਾ ਉਹ ਤੋਂ ਮੁਕਤੀ ਮਿਲੇ, ਕਾਨੂੰਨ ਵਾਪਸ ਲੈ ਲਏ ਜਾਣ ਤੇ MSP ਦੀ ਕਾਨੂੰਨੀ ਗਰੰਟੀ ਦਾ ਬਿੱਲ ਪਾਸ ਕੀਤਾ ਜਾਵੇ। ਪਰ ਜਿਸ ਤਰ੍ਹਾਂ ਦੀ ਟਾਲ ਮਟੋਲ ਦੀ ਅੜੀਅਲ ਰਵੱਈਏ ਦੀ ਜਿਹੜੀ ਨੀਤੀ ਕੇਂਦਰ ਸਰਕਾਰ ਨੇ ਅਪਣਾਈ ਹੋਈ ਹੈ ਉਹ ਸਖਤ ਸ਼ਬਦਾਂ ਦੇ ਵਿੱਚ ਨਿੰਦਣਯੋਗ ਹੈ। 7.5 ਘੰਟੇ ਤੁਸੀਂ ਕਿਸਾਨਾਂ ਦੇ ਜਥੇਬੰਦੀਆਂ ਦੇ ਆਗੂਆਂ ਨੂੰ ਉੱਥੇ ਬੁਲਾ ਕੇ ਮੀਟਿੰਗ ਕਰ ਰਹੇ ਹੋ। ਜੇ ਨੀਅਤ ਸਾਫ਼ ਹੋਵੇ ਤਾਂ 7.5 ਮਿੰਟ ਦਾ ਕੰਮ ਹੈ ਇਹ ਕਿ ਜੀ ਅਸੀਂ ਸਾਰੇ ਬਿੱਲ ਦੇਖ ਲਏ, ਤੁਹਾਡੇ ਪੁਆਇੰਟ ਵੀ ਦੇਖ ਲਏ, ਬਿਲਕੁਲ ਜਾਇਜ਼ ਪੁਆਇੰਟ ਨੇ। ਅਸੀਂ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਦੇ ਹਾਂ ਤੇ MSP ਦੀ ਕਾਨੂੰਨੀ ਗਰੰਟੀ ਦਾ ਜਿਹੜਾ ਬਿੱਲ ਹੈ ਉਹ ਲੈ ਕੇ ਆਵਾਂਗੇ। ਮੈਂ ਤਾਂ ਇਹ ਕਹੂੰਗਾ ਕਿ ਗੈਰ ਮਨੁੱਖੀ ਵਿਹਾਰ ਹੈ BJP ਦਾ ਇਹ, ਕਿਉਂਕਿ 80 ਸਾਲ ਦੀਆਂ ਮਾਵਾਂ, 85 90 ਸਾਲ ਦੇ ਬਜ਼ੁਰਗ, ਬੱਚੇ ਇੰਨੀ ਠੰਡ ਦੇ ਵਿੱਚ ਉੱਥੇ ਬੈਠੇ ਨੇ ਤੇ ਇਹ ਪਤਾ ਨਹੀਂ ਕਿਹੜੇ ਸਬਰ ਦਾ ਇਮਤਿਹਾਨ ਲੈਂਦੇ ਨੇ ਕਿ 5 ਦਿਨ ਹੋਰ ਦੇਖ ਲੈਂਦੇ ਹਾਂ, 10 ਦਿਨ ਹੋਰ ਦੇਖ ਲੈਂਦੇ ਹਾਂ। ਇਹ ਸ਼ਾਇਦ ਇਹਨਾਂ ਦੀ ਇਹ ਗਲਤਫਹਿਮੀ ਹੈ ਕਿ 5 ਦਿਨ 10 ਦਿਨ 15 ਦਿਨ ਟਾਲ ਕੇ ਇਹ ਅੰਦੋਲਨ ਫਿੱਕਾ ਪੈ ਜਾਊਗਾ। ਇਹ ਅੰਦੋਲਨ ਪੰਜਾਬ ਤੋਂ 3 ਮਹੀਨੇ 300 ਜਗ੍ਹਾ ਤੋਂ, ਰੇਲਵੇ ਟਰੈਕਾਂ ਤੋਂ, ਟੋਲ ਪਲਾਜ਼ਿਆਂ ਤੋਂ ਚੱਲਿਆ ਹੋਇਆ। ਸੋ ਇਹ 5-7 ਦਿਨ 10 ਦਿਨਾਂ 'ਚ ਫਿੱਕਾ ਪੈਣ ਵਾਲੀ ਜੇ ਸਰਕਾਰ ਕੋਲੇ ਕੋਈ ਇਸ ਤਰ੍ਹਾਂ ਦੀ ਖੁਸ਼ਫਹਿਮੀ ਹੈ ਤਾਂ ਉਹਨੂੰ ਛੱਡ ਦੇਣਾ ਚਾਹੀਦਾ। ਮੈਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਜੀ ਨੂੰ 2 ਤਰੀਕ ਨੂੰ ਚਿੱਠੀ ਲਿਖੀ ਕਿ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇੱਕ ਦਿਨ ਦਾ ਸੈਸ਼ਨ ਬੁਲਾ ਕੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਪ੍ਰਸਤਾਵ ਲਿਆਂਦਾ ਜਾਵੇ। ਉਹ ਪਰਿਵਾਰਾਂ ਸਮੇਤ ਉੱਥੇ ਠੰਡ 'ਚ ਬੈਠੇ ਨੇ, ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ। ਜੇ
GST ਕਾਨੂੰਨ ਲਾਗੂ ਕਰਨ ਵੇਲੇ ਅੱਧੀ ਰਾਤ ਨੂੰ 12 ਵਜੇ ਪਾਰਲੀਮੈਂਟ ਖੁਲਵਾ ਸਕਦੇ ਨੇ ਮੋਦੀ ਜੀ, ਤਾਂ ਫਿਰ ਆ ਕਾਲੇ ਕਾਨੂੰਨ ਨੂੰ ਵਾਪਸ ਲੈਣ ਵੇਲੇ ਕਿਉਂ ਨਹੀਂ ਖੁਲਵਾਈ ਜਾ ਸਕਦੀ ਪਾਰਲੀਮੈਂਟ ਸਪੈਸ਼ਲ ਸੈਸ਼ਨ? ਕਈ ਵਾਰੀ ਫੈਸਲੇ ਸਰਕਾਰਾਂ ਕਰਾਉਣ ਵੇਲੇ ਰਾਤ ਨੂੰ ਸੁਪਰੀਮ ਕੋਰਟ ਖੁਲਾ ਲੈਂਦੇ ਨੇ, ਤੇ ਫਿਰ ਪਾਰਲੀਮੈਂਟ ਕਿਉਂ ਨਹੀਂ ਖੁੱਲ ਸਕਦੀ? ਇਹਨੂੰ ਹਜੇ ਤੱਕ ਸਿਰਫ ਪੰਜਾਬ ਦਾ ਮਸਲਾ ਕਹਿ ਕੇ ਇਹਨੂੰ ਅੰਦੋਲਨ ਦੀ ਜਿਹੜੀ ਧਾਰ ਹੈ ਉਹਨੂੰ ਕੁੰਡੀ ਕਰਨੀ ਚਾਹੁੰਦੇ ਨੇ। ਪੰਜਾਬ ਲੀਡ ਕਰ ਰਿਹਾ ਹੈ, ਮਸਲਾ ਪੂਰੇ ਦੇਸ਼ ਦਾ ਹੈ। ਆਜ਼ਾਦੀ ਵੇਲੇ ਪੰਜਾਬ ਨੇ ਲੀਡ ਕੀਤਾ ਸੀ, ਆਜ਼ਾਦੀ ਪੂਰੇ ਮੁਲਕ ਨੂੰ ਮਿਲੀ ਸੀ। ਬਿਲਕੁਲ ਉਸੇ ਤਰ੍ਹਾਂ ਖੇਤੀ ਦੇ ਇਹਨਾਂ ਕਾਨੂੰਨਾਂ ਦੇ ਵਿਰੁੱਧ ਪੰਜਾਬ ਲੀਡ ਕਰ ਰਿਹਾ ਹੈ। ਇਹਨਾਂ ਕਾਨੂੰਨਾਂ ਤੋਂ ਨਿਜਾਤ, ਇਹਨਾਂ ਕਾਨੂੰਨਾਂ ਤੋਂ ਆਜ਼ਾਦੀ ਪੂਰੇ ਮੁਲਕ ਦੇ ਕਿਸਾਨਾਂ ਨੂੰ ਮਿਲੂਗੀ। ਸੋ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰ ਰਹੀ ਹੈ। ਦੇਖੋ, ਜਿਹੜੇ ਕਿਸਾਨਾਂ ਦਾ ਅੰਦੋਲਨ ਹੈ ਉਹਦੇ ਵਿੱਚ ਹੋਰ ਵੀ ਤਰ੍ਹਾਂ ਦੇ ਦੇਖੋ ਸ਼ਰਾਰਤੀ ਅੰਸਰ ਵੀ ਕਿਸਾਨ ਆਪ ਪਹਿਰਾ ਰੱਖ ਰਹੇ ਨੇ, ਸ਼ਰਾਰਤੀ ਅੰਸਰ ਵੀ ਫੜੇ ਗਏ ਨੇ। ਕਿਵੇਂ ਨਾ ਕਿਵੇਂ ਇਹ ਇਸ ਅੰਦੋਲਨ ਨੂੰ ਵਿਸ਼ੇ ਤੋਂ, ਮੰਜ਼ਿਲ ਤੋਂ ਭਟਕਾਉਣ ਦੀਆਂ ਚਾਲਾਂ ਚੱਲ ਰਹੇ ਨੇ। ਬੇਹੱਦ ਸ਼ਰਮਨਾਕ ਗੱਲ ਹੈ। ਇਹ BJP ਸਰਕਾਰ ਦੀ ਇੱਕ ਗੱਲ ਤੁਸੀਂ ਨੋਟ ਕੀਤੀ ਹੋਊ, ਇਹ CA ਤੇ NRC ਕਾਨੂੰਨ ਬਣਾ ਕੇ ਮੁਸਲਮਾਨਾਂ ਨੂੰ ਕਹਿੰਦੇ ਹਜੇ ਤੁਹਾਨੂੰ ਇਸ ਕਾਨੂੰਨ ਦੀ ਸਮਝ ਨਹੀਂ ਆਈ, ਤੁਹਾਨੂੰ ਸਮਝਾਵਾਂਗੇ ਤੇ ਬਹੁਤ ਫਾਇਦੇ ਨੇ। ਇਹ GST ਦਾ ਕਾਨੂੰਨ ਲਾਗੂ ਕਰਕੇ ਵਪਾਰੀਆਂ ਨੂੰ ਕਹਿੰਦੇ ਹਜੇ ਤੁਹਾਨੂੰ ਇਸ ਕਾਨੂੰਨ ਦੀ ਸਮਝ ਨਹੀਂ ਆਈ, ਤੁਹਾਨੂੰ ਸਮਝਾਵਾਂਗੇ ਤਾਂ ਬਹੁਤ ਫਾਇਦੇ ਨੇ। ਇਹ ਨੋਟਬੰਦੀ ਲਾਗੂ ਕਰਕੇ ਲੋਕਾਂ ਨੂੰ ਕਹਿੰਦੇ ਹਜੇ ਤੁਹਾਨੂੰ ਇਹ ਨੋਟਬੰਦੀ ਦੇ ਕਾਨੂੰਨ ਦੀ ਸਮਝ ਨਹੀਂ ਆਈ, ਇਹਦੇ ਬਹੁਤ ਫਾਇਦੇ ਨੇ, ਤੁਹਾਨੂੰ ਸਮਝਾਵਾਂਗੇ। ਇਹ ਖੇਤੀ ਦੇ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਕਹੀ ਜਾਂਦੇ ਨੇ ਹਜੇ ਤੁਹਾਨੂੰ ਸਮਝ ਨਹੀਂ ਆਈ, ਤੁਹਾਨੂੰ ਸਮਝਾਵਾਂਗੇ ਤੇ ਬਹੁਤ ਫਾਇਦੇ ਨੇ। ਇਹ ਕਿਸੇ ਹੋਰ ਗ੍ਰਹਿ ਤੋਂ ਆਏ ਨੇ ਜੀ, ਜਾਂ ਅਸੀਂ ਕਿਸੇ ਹੋਰ ਗ੍ਰਹਿ ਤੋਂ ਆਏ ਹਾਂ ਕਿ ਸਾਨੂੰ ਸਮਝ ਨਹੀਂ ਆ ਰਹੀ? ਹਾਊ ਡੇਅਰ ਦੇ ਆਰ। ਪ੍ਰਧਾਨ ਮੰਤਰੀ ਜਾਂ ਉਹਨਾਂ ਦੇ BJP ਦੇ ਜਿੰਨੇ ਵੀ ਲੀਡਰ ਨੇ ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਕਾਨੂੰਨ ਵਾਪਸ ਲੈ ਸਕਦੇ ਹਾਂ, ਹਮੇਸ਼ਾ ਤਾਰੀਫ ਕਰਦੇ ਨੇ। ਦੂਜੇ ਪਾਸੇ ਬਾਰਡਰ ਤੇ ਬਾਰਡਰ ਸਿਕਿਉਰਿਟੀ ਫੋਰਸ ਲਾਤੀ, ਉਹ ਬਾਰਡਰ ਪਾਕਿਸਤਾਨ ਦਾ, ਚਾਈਨਾ ਦਾ ਨਹੀਂ ਹੈਗਾ। ਬਾਰਡਰ ਸਿਕਿਉਰਿਟੀ ਫੋਰਸ ਬਾਰਡਰ ਵਾਸਤੇ ਬਣੀ ਹੈ, ਨਾ ਕੋਈ ਹਰਿਆਣੇ ਤੇ ਦਿੱਲੀ ਦੇ ਬਾਰਡਰਾਂ ਵਾਸਤੇ ਬਣੀ ਹੈ। ਉੱਥੇ ਫੌਜ ਲਾ ਰਹੇ ਨੇ, ਡਬਲ ਟ੍ਰਿਪਲ ਫੌਜ ਦੀ ਗਿਣਤੀ ਕਰਤੀ, ਦੂਜੇ ਪਾਸੇ ਬੁਲਾ ਰਹੇ ਨੇ। ਸੋ ਮਨ 'ਚ ਕੁਝ ਹੋਰ ਹੈ, ਜ਼ੁਬਾਨ ਤੇ ਕੁਝ ਹੋਰ ਹੈ, ਨੀਅਤ ਸਾਫ਼ ਨਹੀਂ ਹੈਗੀ, ਨੀਅਤ ਖੋਟੀ ਹੈ। ਸੋ ਇਸ ਕਰਕੇ ਬਹੁਤ ਸਾਰੀਆਂ ਹੋਰ ਪਾਰਟੀਆਂ ਦੇ MPs ਨੇ ਵੀ ਲਿਖਿਆ ਹੈ ਸਪੀਕਰ ਸਾਹਿਬ ਨੂੰ ਸਪੈਸ਼ਲ ਸੈਸ਼ਨ ਦਾ, ਖੇਤੀ ਦੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਹੋਰ ਕੋਈ ਐਸੀ ਮੰਗ ਨਹੀਂ ਹੈਗੀ ਜਿਹਦੇ ਨਾਲ ਇਹ ਮਸਲਾ ਹੱਲ ਹੋ ਜੇ। ਸੋ ਖੇਤੀ ਦੇ ਕਾਨੂੰਨ ਵਾਪਸ ਲਓ। ਇਦੋਂ ਪਹਿਲਾਂ ਜ਼ਮੀਨ ਅਧਿਕ੍ਰਿਤ ਕਰਨ ਦਾ ਜਿਹੜਾ ਬਿੱਲ ਸੀਗਾ ਉਹ ਵੀ ਤਾਂ ਰੋਕ ਹੀ ਲਿਆ ਸੀਗਾ, ਉਹ ਵੀ ਤਾਂ ਸਟੈਂਡਿੰਗ ਕਮੇਟੀ ਕੋਲ ਭੇਜਤਾ ਸੀ। ਸੋ ਇਸ ਕਰਕੇ ਬਾਕੀ ਕੈਪਟਨ ਸਾਹਿਬ ਦੀ ਅਮਿਤ ਸ਼ਾਹ ਨਾਲ ਕੱਲ੍ਹ ਮੀਟਿੰਗ ਜਿਹੜੀ ਹੋਈ ਹੈ ਉਹਦੇ ਵਿੱਚ ਵੀ ਨੈਸ਼ਨਲ ਸਿਕਿਉਰਿਟੀ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਅੰਨਦਾਤਾ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਦਾ ਹੈ, ਜਿਹਨੇ ਦੇਸ਼ ਦੇ ਅਨਾਜ ਦੇ ਭੰਡਾਰ ਭਰਤੇ, ਨਿਰਭਰ ਕਰਤਾ, ਆਤਮ ਨਿਰਭਰ ਕਰਤਾ ਦੇਸ਼, ਜਿਹਦੇ ਪੁੱਤ ਭਤੀਜੇ ਬਾਰਡਰਾਂ ਤੇ ਹਿੱਕਾਂ ਡਾਹੀਂ ਬੈਠੇ ਨੇ ਦੁਸ਼ਮਣ ਦੀਆਂ ਗੋਲੀਆਂ ਅੱਗੇ, ਤੇ ਉਹਨਾਂ ਨੂੰ ਤੁਸੀਂ ਐਂਟੀ ਨੈਸ਼ਨਲ ਦੱਸਦੇ ਹੋ। ਜਿਹੜੇ ਚਿੜੀਆਂ, ਕਾਵਾਂ, ਘੁੱਗੀਆਂ, ਗਟਾਰਾਂ ਲਈ ਵੀ ਖੇਤਾਂ ਦੇ ਵਿੱਚ ਦਾਣੇ ਛੱਡ ਦਿੰਦੇ ਨੇ ਕਿ ਇਹਨਾਂ ਦਾ ਜਿਹੜਾ ਰਿਜ਼ਕ ਲਿਖਿਆ ਭਗਵਾਨ ਨੇ, ਰੱਬ ਨੇ, ਉਹ ਵੀ ਇਹਨਾਂ ਨੂੰ ਦੇਣਾ ਸਾਡਾ ਫਰਜ਼ ਹੈ। ਸੋ ਉਹਨਾਂ ਨੂੰ ਤੁਸੀਂ ਕਹੀ ਜਾਂਦੇ ਹੋ ਕਿ ਪਤਾ ਨਹੀਂ ਕੌਣ ਆ ਗਏ, ਦਿੱਲੀ ਤੇ ਚੜ੍ਹਾਈ ਕਰਕੇ ਆ ਗਏ ਜਾਂ ਕੋਈ ਹੋਰ। ਜਿਸ ਤਰੀਕੇ ਨਾਲ ਰੋਕਿਆ ਉਹਨਾਂ ਨੂੰ, ਦੇਖੋ ਪੰਜਾਬ ਤੋਂ ਦਿੱਲੀ ਨੂੰ ਜੇ ਜਾਣਾ ਹੋਵੇ, ਹਰਿਆਣੇ ਦਾ ਇੱਕ ਬਾਰਡਰ ਪੈਂਦਾ, ਜਾਂ ਸ਼ੰਭੂ ਵਾਲਾ ਬਾਰਡਰ ਪੈਂਦਾ, ਜਾਂ ਖਨੌਰੀ ਵਾਲਾ ਬਾਰਡਰ ਪੈਂਦਾ, ਜਾਂ ਭੇਵੇ ਵਾਲਾ ਬਾਰਡਰ ਪੈਂਦਾ, ਡੱਬ ਵਾਲੀ ਵਾਲਾ ਬਾਰਡਰ ਹੈ, ਟੋਹਾਣੇ ਵਾਲਾ ਬਾਰਡਰ ਹੈ। ਪਰ ਜਿਹੜੇ ਸੰਘਰਸ਼ੀ ਯੋਧੇ, ਜਿਹੜੇ ਅੰਦੋਲਨਕਾਰੀ ਉੱਥੇ ਪਹੁੰਚੇ ਨੇ ਦਿੱਲੀ, ਉਹ 7 ਬਾਰਡਰ ਪਾਰ ਕਰਕੇ ਗਏ ਨੇ। ਸ਼ੰਭੂ ਤੋਂ ਨਿਕਲੇ ਅੰਬਾਲੇ ਘੇਰ ਲਏ, ਅੰਬਾਲੇ ਤੋਂ ਨਿਕਲੇ ਸ਼ਾਹਬਾਦ ਰੋਕ ਲਏ, ਸ਼ਾਹਬਾਦ ਤੋਂ ਨਿਕਲੇ ਪਿਪਲੀ ਰੋਕ ਲਏ, ਪਿਪਲੀ ਤੋਂ ਨਿਕਲੇ ਕਰਨਾਲ ਰੋਕ ਲਏ, ਕਰਨਾਲ ਤੋਂ ਨਿਕਲੇ ਪਾਣੀਪਤ ਰੋਕ ਲਏ, ਪਾਣੀਪਤ ਤੋਂ ਨਿਕਲੇ ਸੋਨੀਪਤ ਲੜਾਈ ਹੋ ਗਈ।
बिल्कुल इदां इधर होया। खनौरी तो निकले नरवाणे रोक ले, नरवाणेों निकले जींद इलाके ला ले, जींद तो निकले रोहतक पहुंचे, रोहतक तो बहादरगढ़। मतलब ये जिहड़े टैक्टिक्स ने ना कि 20-20 किलोमीटर बाहर रोकां लाई चलो, पत्थर सुट दो जां बड़े बड़े हाईवे च टोए पट दो, ये दुश्मन की फौज नूं रोकण वास्ते हुंदे ने कि जे वो इत्थे तक आ गए तो असीं आह पुल तोड़ दांगे, जे वो इत्थे तक आ गए तो असीं इत्थे बरूदी सुरंगां विछा दांगे। ये कोई फौज चढ़ाई कर रही सी, अन्नदाता बई देश का ढिड भरन वाला, खुद हत्थी 10 नौहां की किरत करन वाला, मिट्टी नाल मिट्टी होके धरती चों सोना गाउण वाला, ते उहनूं तुसीं ऐदां रोक रहे हो जिवें कोई फौज ने चढ़ाई कीती होवे। सो बहुत शर्मनाक गल है। बाकी कैप्टन साहब कोले कई मौके सीगे इन्हां बिलां नूं रोकण दे, पर उन्होंने भी नीत दे विच खोट ही दिखाया। एक तो जो हाई पावर कमेटी बनी सी महाराष्ट्र के मुख्यमंत्री की अगवाई इन्हां बिलों बारे ऑर्डीनेंसां बारे जिक्र करन लई ते फिक्र करन लई उहदे विच इन्हां ने कुछ नहीं किया, सहमति प्रगटाई है। फिर कान सिंह पन्नू खेती सैकटरी तौर पर जो नीति आयोग ने बुलाए सी उदों जिहड़ी रिपोर्ट आके दी वो भी दब ली गई। फिर 3 महीने 4 महीने किसानों नूं बेनती करी गए उठ खड़ो जी रेलवे ट्रैकों तो, ते हुण उत्थे करनाटका के भी किसान ने, गुजरात वाले भी पहुँच गए, राजस्थान तो भी आ गए, उत्तराखंड के ने, यूपी के ने, मध्य प्रदेश तो मेगा पाटेकर जी आए हुए ने, ते हुण अमित शाह नाल 30-35 मिनट पता नहीं की गिटमिट करके आए ने कि पता नहीं ईडी का कोई होना भी मेरे तो ईडी के जिहड़े नोटिस भेज दो इन्हों ठीक कर लो, आप अंदोलन में ऐ खड़ा लांगे कर लांगे। ये गलतफहमी च ने कैप्टन साहब। लोक अंदोलन है, नॉन पोलीटिकल अंदोलन है। साढ़े सारे MLA दिल्ली के भी मंत्री, पंजाब के भी MLA, मैं भी खुद दिल्ली, अज फिर दिल्ली होऊंगा मैं, असी उन्होंने सपोर्ट ते हाँ, खातरदारी ते हाँ, क्योंकि जथेबंदियां ने यह पहले दिनों फैसला किया होया कि कोई पोलीटिकल पार्टी का कोई MP MLA उन्होंने मेन स्टेज पर जाके नहीं बैठ सकता, बोल नहीं सकता। असी उन्होंने इस फैसले का सत्कार करते हैं। पहले दिनों असी पंजाब दे विच भी इदां ही करते रहे हैं कि कोई झंडा नहीं, वलंटियरां नूं कहा होया कोई नारा नहीं लाउणा, कि असी MP MLA वलंटियर जिले प्रधान ये बाद च, किसान ते किसान दे पुत्त पहलां। सो जे पंजाब दे चुल्हियां चों अग बचूगी ताइयों कोई किसी कोई राजनीति करोगे नीति, जे लोग ही ना बचे जिस तरीके नाल ये काले कानून आ रहे ने। सो उत्थों जिहड़ियां वीडियो आ रही ने वो एक गल्लों थोड़ा जिहा सुकून मिलता है कि लोगों ने ये दसता कि पंजाब आपदे हक्कां लई लड़ना जानदा है। पंजाब ते जदों भी कदे उहदी होंद नूं खतरा हो जाता है तो पंजाब जिहड़ा है वो जात पात ते आ जिहड़े इन्हां दे फुट पाऊ नीतियां उन्हां तों उप्पर उठ के एके दे रूप च काम करता है। हुण उत्थे मलेरकोले तो मुस्लिम भाईचारा गया खाना बनाउण वास्ते, किसी NRI ने बदामां दा उत्थे लंगर लाता, किसे एक जिहड़ा धनौले तो मुंडा जिहड़ा जिहदी डैथ हो गई वो की करन गया सी, वो मिस्त्री ट्रैक्टर का कि ना रब ना करे जे कोई जाते जाते किसी ट्रैक्टर खराब हो गया तो मिस्त्री मैं आपदा योगदान पाऊँगा। आड़ती एसोसीएशन कल पहुँच गई उत्थे, मतलब उत्थे हुणे ये कल्ले किसानां दा नहीं ते कल्ले पंजाब दा नहीं, पूरे देश दे लोकां दा अंदोलन है, लोक अंदोलन है। हुण तां इंटरनेशनल सपोर्ट भी है उन्हां कोले। वैनकूवर दे विच भारती जिहड़ा कौंसलेट है उहनूं घेरिया गया, उत्थे सैकड़ियां दी हज़ारां दी गिनती च कारां लैके गए। सरी दे विच हर इंटरसैक्शन ते पंजाबी जिहड़े ने बच्चों समेत वो भी उत्थे फ्लायर लैके खड़े ने कि असीं फार्मर्स की सपोर्ट करते हैं। कैलीफोर्निया च, जर्मनी च, फ्रांस च, UK च, न्यूजीलैंड च, आस्ट्रेलिया च, जिथे जिथे पंजाबी वसदा है उन्होंने आके इस संघर्ष की हमायत की है। सो हुण इंटरनेशनल सपोर्ट मिली है, इस करके मोदी जी तुसी बाहर निकलो, तुसी जे किसी देश के राष्ट्रपति का कुत्ता भी मर जाए तुसी ट्वीट कर दिंदे हो, तो हुण तुसी अपने देश के लोगों को इत्थे मारन वास्ते छड्डिया होया। तीन किसानों की तो डैथ भी हो चुकी है, दिल का दौरा पै गया, कोई होर गंभीर बीमारी का
शिकार सी। सो तुसी इन्नी ठंड च अपने ही लोग क्यों मरन वास्ते छड्डे हुए ने? बाहर निकलो, बाहर निकल के किसानां नूं बहनों भाईओ कह के संबोधन करो तो उन्होंने कहो कि हाँ गलतियां हो जांदियां ने, सरकार किसी होर मनशा नाल एक कानून लिया बैठी तो असीं इन्हां कानूनां नूं लोकां दे रोह नूं, लोकां दे विद्रोह नूं, लोकां दे जोश नूं ते लोकां दे होश नूं देखदे होए वापस लैने आ। और असीं आम आदमी पार्टी वालों साडे राज्य सभा के जिहड़े 3 MP ने वो भी स्पीकर साहब नूं चिट्ठी लिख रहे हैं कि राज्य सभा का सैशन बुलाओ। मैं चिट्ठी लिख चुकिया तो लोक सभा का सैशन बुला के जे प्रस्ताव लियाउणगे इहनूं वापस लैण दा तां असीं ਉਹਦਾ ਜ਼ੋਰਦਾਰ ਸਮਰਥਨ ਕਰਾਂਗੇ ਤਾਂ ਕਿ ਜਿਹੜੇ ਟਰੈਕਟਰ ਜਿਹੜੇ ਨੇ ਉਹਨਾਂ ਦੇ ਮੂੰਹ ਜਿਹੜੇ ਦਿੱਲੀ ਵੱਲ ਨੇ ਉਹਨਾਂ ਨੂੰ ਆਪਣੇ ਖੇਤਾਂ ਵੱਲ ਕੀਤਾ ਜਾ ਸਕੇ ਤੇ ਲੋਕ ਖੁਸ਼ੀ-ਖੁਸ਼ੀ ਆਪਣੇ ਘਰੇ ਆਉਣ। ਕੋਈ ਹੋਰ ਕਿਸੇ ਦੇ ਸਵਾਲ ਕੋਈ ਹੋਵੇ? ਇੱਕ ਮਿੰਟ ਪਹਿਲਾਂ ਇੱਕ ਸਵਾਲ ਹੈ। ਮੋਦੀ ਸਾਹਿਬ ਦੀ ਮੈਂ ਲਾਈਵ ਚੈਟ ਚੱਲ ਰਹੀ ਸੀਗੀ, ਉਹਦੇ 'ਚ ਇਹ ਕਿਹਾ ਕਿ ਅਗਲੇ ਹਫਤੇ ਵੈਕਸੀਨ ਤਿਆਰ ਹੋ ਜਾਏਗੀ ਤੇ ਆਲ ਪਾਰਟੀ ਮੀਟਿੰਗ 'ਚ ਡਿਸਕਸ ਕਰਾਂਗੇ ਬੁਲਾ ਕੇ। ਤੇ ਕਿਸਾਨਾਂ ਵਾਲੇ ਮੁੱਦੇ ਦੀ ਕਿਉਂ ਨਹੀਂ ਆਲ ਪਾਰਟੀ ਮੀਟਿੰਗ? ਮੈਂ ਉਹੀ ਤਾਂ ਕਹਿਣਾ ਜੀ, ਦੇਖੋ ਲੋਕਾਂ ਨੂੰ ਤਾਂ ਕਰੋਨੇ ਤੋਂ ਡਰਾ ਰੱਖਿਆ ਹੈ, ਬਾਹਰ ਨਾ ਨਿਕਲੋ। ਤੇ ਆਪ ਬਿਹਾਰ ਦੀਆਂ ਚੋਣਾਂ ਵੇਲੇ ਕਿੱਡੀਆਂ ਰੈਲੀਆਂ, ਹੈਦਰਾਬਾਦ ਦੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵੇਲੇ ਅਮਿਤ ਸ਼ਾਹ ਰੋਡ ਸ਼ੋਅ ਕਰ ਰਿਹਾ ਲੱਖਾਂ ਬੰਦਿਆਂ ਦਾ। ਤੇ ਹੁਣ ਵੈਕਸੀਨ ਵਾਸਤੇ ਆਲ ਪਾਰਟੀ ਮੀਟਿੰਗ ਕਹਿੰਦੇ ਬੁਲਾ ਲਾਂਗੇ, ਪਰ ਕਰੋਨਾ ਨਾਲੋਂ ਵੀ ਜ਼ਿਆਦਾ ਖਤਰਨਾਕ ਕਿਸਾਨਾਂ ਲਈ ਜਿਹੜੇ ਕਾਨੂੰਨ ਨੇ ਉਹਨਾਂ ਵਾਸਤੇ ਕੁਝ ਨਹੀਂ। ਸੋ ਅਸੀਂ ਤਾਂ ਇਹ ਕਹਾਂਗੇ ਕਿ ਇਸ ਵਕਤ ਬਾਕੀ ਸਭ ਸੈਕੰਡਰੀ ਕਰ ਦਿਓ, ਪ੍ਰਾਇਮਰੀ ਤੇ ਪਹਿਲੇ ਨੰਬਰ ਤੇ ਇਹ ਅੰਦੋਲਨ ਦੇ ਮੁੱਦੇ, ਇਹ ਅੰਦੋਲਨ 'ਚ ਲੋਕਾਂ ਦਾ ਜੋਸ਼ ਦੇਖੋ ਤਾਂ ਕਿ ਜਿਹੜੀ ਸਰਕਾਰ ਹੈ ਉਹ ਲੋਕਾਂ ਦੇ ਦੁਆਰਾ ਚੁਣੀ ਜਾਂਦੀ ਹੈ ਤੇ ਉਹ ਲੋਕਾਂ ਲਈ ਹੀ ਕੰਮ ਕਰਨਾ ਚਾਹੀਦਾ ਹੈ, ਨਾ ਕਿ ਏਸੀ ਕਮਰਿਆਂ 'ਚ ਬਹਿ ਕੇ ਕਾਨੂੰਨ ਬਣਾ ਕੇ ਬਾਅਦ 'ਚ ਕਦੋਂ ਆ ਜਾਓ ਤੁਹਾਡੇ ਨਾਲ ਗੱਲ ਕਰਦੇ ਹਾਂ, ਸਮਝਾਉਂਦੇ ਹਾਂ। ਤੁਸੀਂ ਭ੍ਰਮਿਤ ਲੋਕ ਨਹੀਂ ਹੈਗੇ, ਭ੍ਰਮਿਤ ਕਿਸਾਨ ਨਹੀਂ ਹੈਗੇ ਕਿਸੇ ਭਰਮ 'ਚ। ਭਰਮ ਦੇ ਵਿੱਚ BJP ਜ਼ਰੂਰ ਹੈ, ਉਹਨਾਂ ਨੂੰ ਇਹ ਭਰਮ ਹੈ ਸ਼ਾਇਦ ਇਹਨਾਂ ਨੂੰ ਅਸੀਂ ਐਂ ਪਹਿਲਾਂ ਵਾਂਗੂ ਖਤਮ ਕਰ ਲਾਂਗੇ ਜਿਵੇਂ ਹੋਰ ਕਾਨੂੰਨ ਲਾਗੂ ਕਰਵਾਏ ਨੇ। ਪਰ ਇਹ ਕਾਨੂੰਨ ਜਿਹੜਾ ਇਹ 'ਚ ਪੰਜਾਬ ਦੀ ਹੋਂਦ ਦਾ ਸਵਾਲ ਆ ਗਿਆ। ਜ਼ਮੀਨ ਮਾਂ ਕਹਿੰਦਾ ਕਿਸਾਨ ਨੂੰ, ਜ਼ਮੀਨ ਨੂੰ, ਉਸ ਜ਼ਮੀਨ ਤੇ ਜੇ ਕੋਈ ਇਸ ਤਰ੍ਹਾਂ ਦੇ ਕਾਨੂੰਨ ਬਣਾ ਕੇ ਕੋਈ ਅੱਖ ਰੱਖੂਗਾ ਵੀ ਉਹਨੂੰ ਹਥਿਆਉਣ ਦੀ, ਤਾਂ ਫਿਰ ਕਿਸਾਨ ਜਿਹੜਾ ਉਹ ਸਭ ਕੁਝ ਬਾਰਨ ਲਈ ਤਿਆਰ ਹੈ। ਤੇ ਭਾਈਚਾਰਕ ਸਾਂਝ ਦੇਖਣ ਨੂੰ ਮਿਲ ਰਹੀ ਹੈ। ਔਰ ਮੈਂ ਕਿਸਾਨ ਜਥੇਬੰਦੀਆਂ ਨੂੰ ਤੇ ਉਹਨਾਂ ਦੇ ਜਿੰਨੇ ਵੀ ਕਿਸਾਨ ਭਰਾ ਉੱਥੇ ਬੈਠੇ ਨੇ, ਕਿਉਂਕਿ ਇਹ ਪੋਲੀਟੀਕਲ ਅੰਦੋਲਨ ਨਹੀਂ ਹੈਗਾ ਤੇ ਉਹਨਾਂ ਦਾ ਹੀ ਫੈਸਲਾ ਹੈ, ਪਰ ਫਿਰ ਵੀ ਅਸੀਂ ਸੇਵਾ ਭਾਵ ਦੇ ਵਿੱਚ ਕੋਈ ਅਸੀਂ ਕਮੀ ਨਹੀਂ ਛੱਡਾਂਗੇ। ਦਿੱਲੀ ਸਰਕਾਰ ਵੱਲੋਂ ਬਾਰਡਰ ਤੇ ਪਾਣੀ ਦੀ ਸਪਲਾਈ, ਮੋਬਾਈਲ ਡਿਸਪੈਂਸਰੀਆਂ, ਐਂਬੂਲੈਂਸਿਸ, ਦਵਾਈਆਂ, ਮਾਸਕ, ਸੈਨੀਟਾਈਜ਼ਰ, ਰੋਟੀ ਪਾਣੀ ਜੋ ਵੀ ਉਹਨਾਂ ਨੂੰ ਚਾਹੀਦਾ ਹੋਊਗਾ ਸਾਡੇ ਨਾਲ ਉਹ ਸੰਪਰਕ ਕਰਦੇ ਨੇ, ਹਰ ਰੋਜ਼ ਅਸੀਂ ਪਹੁੰਚਾਉਂਦੇ ਹਾਂ ਤੇ ਅਸੀਂ ਇਹ ਕਰਦੇ ਰਹਾਂਗੇ। ਬਿਲਕੁਲ ਗੈਰ ਰਾਜਨੀਤਿਕ, ਕੋਈ ਅਸੀਂ ਇਹਦਾ ਕੋਈ ਲਾਹਾ ਜਾਂ ਕੋਈ ਸਿਆਸੀ ਲਾਹਾ ਜਾਂ ਕੋਈ ਹੋਰ ਅਸੀਂ ਸੋਚ ਨਹੀਂ ਸਕਦੇ। ਮਾਨ ਸਾਹਿਬ, ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਕਿ ਅਸੀਂ ਹੋਰ ਆਪੋਜੀਸ਼ਨ ਪਾਰਟੀਆਂ ਨੂੰ ਇਕੱਠੇ ਕਰ ਰਹੇ ਹਾਂ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਵਫਦ ਕਹਿ ਰਹੇ ਕਿ ਮਮਤਾ ਬੈਨਰਜੀ ਨੂੰ ਮਿਲਣੇ ਜਾ ਰਹੇ ਹਾਂ ਆਪਾਂ, ਉਸ ਤੋਂ ਬਾਅਦ ਜਿਹੜੇ ਮਹਾਰਾਸ਼ਟਰ ਦੇ ਸ਼ਿਵ ਸੈਨਾ ਉਹਨੂੰ ਮਿਲਾਂਗੇ ਤੇ ਇਸ ਮੁੱਦੇ ਤੇ ਇਕੱਠਾ ਕਰ ਰਹੇ ਹਾਂ ਸਾਰਿਆਂ ਨੂੰ। ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੇਖਦੀ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਹੈ, ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ 3 ਮਹੀਨੇ ਤਾਂ ਸਮਝਾਉਂਦਾ ਰਿਹਾ ਕਿ ਬਿੱਲ ਬਹੁਤ ਵਧੀਆ ਨੇ, ਜਦੋਂ ਇਕੱਠੇ ਕਰਨੇ ਸੀ ਉਹ ਤਾਂ ਕੀਤੇ ਨਹੀਂ। ਸ਼੍ਰੋਮਣੀ ਅਕਾਲੀ ਦਲ ਆਪ ਹੀ ਇਕੱਠੇ ਹੋ ਜਾਣ ਸਾਰੇ, ਉਹ ਇਸ ਗੱਲ ਦੀ ਉਹ ਨਾ ਕਰਨ ਕਿ ਅਸੀਂ ਸਾਰੇ ਦੇਸ਼ 'ਚੋਂ ਹੁਣ ਕੋਈ ਮੂਵਮੈਂਟ ਖੜੀ ਕਰ ਦੇਂਗੇ। ਬਾਦਲ ਸਾਹਿਬ ਨੇ ਕੱਲ੍ਹ ਅਵਾਰਡ ਵਾਪਸ ਕੀਤੇ ਆ। ਮੈਂ ਕਹਿੰਦਾ ਕਿ ਅਵਾਰਡ ਵਾਪਸ ਕਰਨ ਦੀ ਬਜਾਏ ਕਾਨੂੰਨ ਵਾਪਸ ਕਰਾਉਣ ਲਈ, ਜੇ ਉਸ ਵੇਲੇ ਜੂਨ 5 ਦੇ ਵਿੱਚ ਨੂੰ ਜਦੋਂ ਇਹ ਆਰਡੀਨੈਂਸ ਆਇਆ ਉਦੋਂ ਬਾਦਲ ਸਾਹਿਬ ਕਿਤੇ ਉੱਥੇ ਜਾ ਕੇ ਦਿੱਲੀ ਮੋਦੀ ਜੀ ਨੂੰ ਮਿਲ ਲੈਂਦੇ ਤੇ ਕਹਿੰਦੇ ਵੀ ਨਹੀਂ ਇਹ ਨਹੀਂ ਕਰ ਸਕਦਾ ਲਾਗੂ, ਤਾਂ ਸ਼ਾਇਦ ਬਾਦਲ ਸਾਹਿਬ ਨੂੰ ਅਵਾਰਡ ਵੀ ਨਹੀਂ ਵਾਪਸ ਕਰਨਾ ਪੈਣਾ ਸੀ ਤੇ ਲੋਕਾਂ ਨੂੰ ਵੀ ਆਹ ਦਿਨ ਨਹੀਂ ਦੇਖਣੇ ਪੈਣੇ ਸੀ। ਜਾਨ ਮਾਲ ਦਾ ਜਿਹੜਾ ਨੁਕਸਾਨ ਹੋਈ ਜਾਂਦਾ ਉਹ ਹੋਣਾ ਨਹੀਂ ਸੀ। ਇਹਦੇ ਵਾਸਤੇ ਜੋ ਉਹ ਸਭ ਤੋਂ ਵੱਧ ਜ਼ਿੰਮੇਵਾਰ ਅਕਾਲੀ ਦਲ ਵਾਲੇ ਨੇ, ਜਿਹੜੇ NDA 'ਚ ਰਹਿ ਕੇ ਇਹਨਾਂ ਬਿੱਲਾਂ ਦੀ ਤਾਰੀਫ ਕਰਦੇ ਰਹੇ, ਫਿਰ ਲੋਕਾਂ ਦੇ ਸੰਘਰਸ਼ ਮੂਹਰੇ ਉਹਨਾਂ ਨੂੰ ਗੋਡੇ ਟੇਕਣੇ ਪਏ। ਮਾਨ ਸਾਹਿਬ, ਸ਼ਰਾਰਤੀ ਅਨਸਰ ਪਕੜੇ ਗਏ ਆ ਦਿੱਲੀ ਦੇ ਵਿੱਚ, ਜਿਹੜੇ ਧਰਨੇ ਦੇ ਵਿੱਚ ਬਹੁਤ ਆ ਰਹੇ ਸੀ, ਉਹਨਾਂ ਨੂੰ ਛਡਾਉਣ ਵਾਸਤੇ ਉੱਥੇ ਦੀ ਪੁਲਿਸ ਆ ਰਹੀ ਹੈ। ਕਿਵੇਂ ਦੇਖੋ ਸਰਕਾਰ ਤੁਹਾਡੀ? ਦੇਖੋ ਫਿਰ ਇੱਥੋਂ ਸਿੱਧ ਹੁੰਦਾ ਨਾ ਕਿ ਉਹ ਆਪ ਭੇਜ ਰਹੀ ਹੈ, ਸਰਕਾਰ ਪੁਲਿਸ ਆਪ ਭੇਜ ਰਹੀ ਹੈ ਉਹਨਾਂ ਦੇ ਵਿੱਚ ਕੋਈ ਸ਼ਰਾਰਤੀ ਅਨਸਰ, ਤਾਂ ਕਿ ਇਹਨਾਂ ਦੇ ਜਿਹੜੇ ਸੰਘਰਸ਼ ਦਾ ਮੂੰਹ ਜਿਹੜਾ ਹੈ ਉਹ ਕਿਸੇ ਹੋਰ ਪਾਸੇ ਨੂੰ ਮੋੜਿਆ ਜਾ ਸਕੇ। ਪਰ ਮੈਂ ਇਸ ਗੱਲੋਂ ਵੀ ਤੁਹਾਨੂੰ ਯਾਦ ਵੀ ਕਰਾਉਣਾ ਚਾਹੁੰਦਾ, ਔਰ ਮੈਂ ਉਹਨਾਂ ਅੰਦੋਲਨਕਾਰੀਆਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ 3 ਮਹੀਨੇ 300 ਜਗ੍ਹਾ ਤੇ ਪੰਜਾਬ 'ਚ ਬੈਠੇ ਰਹੇ ਨੇ। ਰੋੜਾ ਜਾਂ ਪੱਥਰ ਤਾਂ ਵੱਡੀ ਗੱਲ ਹੈ, ਕੋਈ ਛੋਟਾ ਜਿਹਾ ਕੰਕਰ ਵੀ ਉਛਲਿਆ ਇੱਥੇ। ਫਿਰ ਜਦੋਂ ਪੰਜਾਬ ਤੋਂ ਹਰਿਆਣੇ ਨੂੰ ਗਏ ਤਾਂ ਅਥਰੂ ਗੈਸ ਦੇ ਗੋਲੇ ਕਿੱਧਰਲੇ ਪਾਸਿਓਂ ਆਏ?
ਹਰਿਆਣਾ ਪੁਲਿਸ ਵੱਲੋਂ, ਇਧਰੋਂ ਤਾਂ ਨਹੀਂ ਆਇਆ ਨਾ ਕੋਈ। ਮੈਂ ਤਾਂ ਇਹ ਕਹਿਣਾ ਕਿਸਾਨਾਂ ਦੇ ਤਾਂ ਪਹਿਲੀ ਰੋ ਰੋ ਕੇ ਅਥਰੂ ਖਤਮ ਹੋਏ ਪਏ ਨੇ ਅੱਖਾਂ 'ਚੋਂ। ਅਥਰੂ ਗੈਸ ਦੇ ਗੋਲੇ ਛੱਡ ਕੇ ਕਿਹੜੇ ਅਥਰੂ ਇਹਨਾਂ ਦੀਆਂ ਅੱਖਾਂ 'ਚੋਂ ਕੱਢਣ ਨੂੰ ਫਿਰਦੇ ਹੋਣ। ਕਰਜ਼ੇ ਥੱਲੇ ਪਿਆ ਹੈ, ਰੋਜ਼ ਖੁਦਕੁਸ਼ੀਆਂ ਦਾ ਸਿਲਸਿਲਾ ਚੱਲ ਰਿਹਾ ਹੈ ਤੇ ਤੁਸੀਂ ਉਹਨੂੰ ਅਥਰੂ ਗੈਸ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਜਿਹੜੇ ਮਿੱਟੀ 'ਚੋਂ ਸੋਨਾ ਗਾ ਲੈਂਦੇ ਨੇ ਉਹਨਾਂ ਨੂੰ ਆਪਦੇ ਹੱਕਾਂ ਲਈ ਲੜਨਾ ਆਉਂਦਾ ਜੀ। ਚੰਦਰ ਰੰਧਾਵਾ ਦਾ ਕਹਿਣਾ ਹੈ ਕਿ ਇੱਥੇ ਪੰਜਾਬ ਦੇ ਵਿੱਚ ਜਿਵੇਂ ਹੁਣ ਤੁਸੀਂ ਵੀ ਕਿਹਾ ਕਿ ਪੀਸਫੁਲ ਐਜੀਟੇਸ਼ਨ ਸੀਗਾ, ਉਹਨਾਂ ਦਾ ਕਹਿਣਾ ਵੀ ਕਿ ਅਗਰ ਕੁਝ ਵੀ ਹੁੰਦਾ ਤਾਂ ਕੇਜਰੀਵਾਲ ਸਰਕਾਰ ਤੇ ਆਮ ਆਦਮੀ ਪਾਰਟੀ। ਦੇਖੋ ਜੇ ਇਸ ਵਕਤ ਕੋਈ ਬੇਮੌਸਮੇ ਗੜੇ ਪੈ ਜਾਣ, ਰੱਬ ਨਾ ਕਰੇ, ਉਹ ਵੀ ਕੇਜਰੀਵਾਲ ਤੇ ਲਾਉਣਗੇ ਇਹ। ਜੇ ਜ਼ਿਆਦਾ ਗਰਮੀ ਪੈ ਜੇ ਉਹ ਵੀ ਕੇਜਰੀਵਾਲ ਕਰਕੇ ਹੈ, ਜੇ ਜ਼ਿਆਦਾ ਠੰਡ ਪੈ ਜੇ ਉਹ ਵੀ ਕੇਜਰੀਵਾਲ ਕਰਕੇ ਹੈ। ਸੋ ਉਹ ਤਾਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ, ਅਸੀਂ ਤਾਂ ਉਹਨਾਂ ਦੀ ਸੇਵਾ ਭਾਵ ਨਾਲ ਸੇਵਾ ਕਰ ਰਹੇ ਹਾਂ। ਉਹਨਾਂ ਨੂੰ ਜੋ ਚਾਹੀਦਾ ਜ਼ਰੂਰੀ ਜਿਹੜੀਆਂ ਚੀਜ਼ਾਂ ਉਹ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ। ਅਸੀਂ ਕਿਉਂ ਸ਼ਾਂਤੀ ਖਰਾਬ ਕਰਾਂਗੇ ਜੀ ਉਹਨਾਂ ਦੀ। ਅਸੀਂ ਖੁਦ ਕਹਿੰਦੇ ਹਾਂ ਕਿ ਸ਼ਾਂਤੀਪੂਰਵਕ ਸੰਘਰਸ਼ ਹੈ। ਸਾਥੋਂ ਜੇਲ੍ਹਾਂ ਵਾਸਤੇ ਉਹਨਾਂ ਨੇ 9 ਸਟੇਡੀਅਮਾਂ ਦੀ ਪਰਮਿਸ਼ਨ ਮੰਗੀ ਸੀ ਕਿ ਜੇਲ੍ਹਾਂ ਬਣਾਵਾਂਗੇ। ਕੀ ਗੱਲ ਕੋਈ ਫੌਜ ਚੜ੍ਹ ਕੇ ਆ ਰਹੀ ਸੀ, ਕੋਈ ਜੰਗੀ ਕੈਦੀ ਰੱਖਣੇ ਸੀ ਉੱਥੇ? ਤਾਂ ਅਸੀਂ ਕਿਹਾ ਵੀ ਜਦੋਂ ਸ਼ਾਂਤੀਪੂਰਨ ਸੰਘਰਸ਼ ਹੈ ਉਹਨਾਂ ਦਾ, ਸੰਵਿਧਾਨ 'ਚ ਉਹਨਾਂ ਨੂੰ ਹੱਕ ਹੈ, ਉਹ ਕਰ ਸਕਦੇ ਨੇ, ਤਾਂ ਅਸੀਂ ਜੇਲ੍ਹਾਂ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ। ਉਹ ਤੋਂ ਬਾਅਦ ਬਸ ਇਹ ਦੋ ਅਕਾਲੀ ਦਲ, ਕਾਂਗਰਸ, ਬੀਜੇਪੀ ਸਾਰੇ ਕੇਜਰੀਵਾਲ ਦੇ ਪਿੱਛੇ ਪੈ ਗਏ। ਤਾਂ ਸਾਡੀ ਤਾਂ ਆਪਦੀ ਪਾਰਟੀ ਅੰਦੋਲਨ 'ਚੋਂ ਨਿਕਲੀ ਹੈ ਜੀ, ਐਂਟੀ ਕਰਪਸ਼ਨ ਮੂਵਮੈਂਟ 'ਚੋਂ ਨਿਕਲੀ ਹੈ। ਉੱਥੇ ਵੀ ਕੋਸ਼ਿਸ਼ਾਂ ਹੋਈਆਂ ਸੀ ਕਿ ਇਹ ਸੰਘਰਸ਼ ਨੂੰ ਕੋਈ ਹੋਰ ਰੂਪ ਦਿੱਤਾ ਜਾਵੇ, ਪਰ ਜਦੋਂ ਲੋਕ ਆਪ ਮੂਹਰੇ ਲੱਗੇ ਹੋਣ ਫਿਰ ਇਸ ਤਰ੍ਹਾਂ ਦੀ ਕੋਈ ਚਾਲ ਇਹਨਾਂ ਦੀ ਕੋਈ ਸ਼ਰਾਰਤੀ ਅੰਸਰ ਭੇਜਣ ਦੀ ਜਾਂ ਕੋਈ ਹੋਰ ਇਹ ਕਾਮਯਾਬ ਨਹੀਂ ਹੋ ਸਕਦਾ। ਸਰ ਕੁਝ ਬਾਲੀਵੁੱਡ ਦੇ ਕਲਾਕਾਰ ਵੀ ਖਿਲਾਫਤ ਕਰ ਰਹੇ ਨੇ ਕਿਸਾਨੀ ਦੀ। ਟਵੀਟ ਵਾਰ ਚੱਲ ਰਹੀ ਹੈ ਇਸ ਵਕਤ। ਮੇਰੇ ਨੌਤ ਵਰਗੇ ਕਹਿੰਦੇ ਨੇ ਕਿ 100 ਰੁਪਏ 'ਚ ਬੀਬੀਆਂ ਜਿਹੜੀਆਂ ਉਹ ਆਉਂਦੀਆਂ ਕਿਰਾਏ ਤੇ। ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿਸਾਨੀ ਦੇ ਖਿਲਾਫ ਇੱਕ ਆਰਐਸਐਸ ਦੀ ਬੀਜੇਪੀ ਦੀ ਭਾਸ਼ਾ ਬੋਲੀ ਜਾ ਰਹੀ ਹੈ हिंदी ਚ? देखिए कंगना रनौत ने जो ट्वीट किया एक बुजुर्ग महिला के लिए कि वो 100 रुपया दिहाड़ी पर आती हैं, बहुत ही अपमानजनक, बहुत ही शर्मनाक है। एक लेडी के खिलाफ बोल रही है, और उस माता ने जो जवाब दिया उससे तो मतलब मैं कह सकता हूँ कि बहुत तसल्ली मिली दिल को। उसने कहा कि मैं 100 रुपये की नहीं, तू मेरे साथ खेत में आके काम कर, तुझे 5-7 रुपये ज़्यादा दूंगी। मतलब एक 80-85 साल की महिला के लिए आप ऐसे अपने बैठ के एसी बंगलों में आप बयान दे रहे हैं, शर्म आनी चाहिए। और जितना भी इसका विरोध किया जाए उतना कम है। अरविंद केजरीवाल जी ने यह गल स्पष्ट की है कि ਜਿਹੜੇ ਇਹ ਕਾਨੂੰਨ ਨੇ ਉਹਨਾਂ ਦਾ ਤਾਂ ਉਹਦੇ ਨਾਲ ਕੋਈ ਸੰਬੰਧ ਹੀ ਨਹੀਂ, ਉਹ ਤਾਂ ਮੰਡੀ ਦੀ ਐਕਸਟੈਂਡੇਸ਼ਨ ਵਾਸਤੇ ਹੈ। ਪਰ ਇਹ ਹਰ ਵਕਤ ਕੇਜਰੀਵਾਲ ਮੈਂ ਪਹਿਲਾਂ ਵੀ ਕਿਹਾ, ਜਿਹੜੇ ਕੈਪਟਨ ਸਾਹਿਬ ਨੇ ਉਹ ਬੀਜੇਪੀ ਦੇ ਮੁੱਖ ਮੰਤਰੀ ਨੇ, ਜੋ ਦਿੱਲੀ ਗਏ ਨੇ, ਅਮਿਤ ਸ਼ਾਹ ਨੇ ਬੁਲਾਇਆ, ਨਾ ਤਾਂ ਆਪਦੀ ਹਾਈ ਕਮਾਂਡ ਨੂੰ ਮਿਲੇ, ਨਾ ਸੋਨੀਆ ਗਾਂਧੀ ਨੂੰ ਪ੍ਰਧਾਨ ਨੂੰ ਵੀ ਕੀ ਕਹਿਣਾ, ਕੀ ਗੱਲ ਕਰੀਏ। ਸਿੱਧੇ ਗਏ ਔਰ ਸਿੱਧੇ ਹੀ ਵਾਪਸ ਆਏ ਨੇ। ਪਤਾ ਨਹੀਂ ਕੀ ਗਿਟਮਿਟ ਕਰਕੇ ਆਏ ਨੇ। ਆ ਕੇ ਉਹਨਾਂ ਦਾ ਫਰਜ਼ ਬਣਦਾ ਸੀ ਦੱਸਣਾ ਕਿ ਆਹ ਗੱਲ ਹੋਈ ਆ। ਅਮਿਤ ਸ਼ਾਹ ਨਾਲ ਆ ਕੇ ਸਿਰਫ ਇਹ ਦੱਸਿਆ ਜੀ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਬਣ ਜਾਊਗਾ, ਇਹਨੂੰ ਜਿਹੜਾ ਛੇਤੀ ਹੱਲ ਕਰ ਦਿਓ। ਮੈਨੂੰ ਨਹੀਂ ਸਮਝ ਆਉਂਦੀ ਕਿ ਕੈਪਟਨ ਸਾਹਿਬ ਹਰ ਗੱਲ 'ਚ ਕਿਸਾਨਾਂ ਦੇ ਅੰਦੋਲਨ ਦੀ ਬਾਰੇ ਗੱਲ ਕਰਦੇ ਹੋਏ ਕਦੇ ਪਾਕਿਸਤਾਨ ਕਦੇ ਨੈਸ਼ਨਲ ਸਿਕਿਉਰਿਟੀ ਕਿਉਂ ਵਿੱਚ ਲੈ ਆਉਂਦੇ ਆ। ਸੋ ਕਿਤੇ ਨਾ ਕਿਤੇ ਇਹ ਨਹੀਂ ਜੀ, ਨੋ, ਉਹ ਅਸੀਂ ਕਲੀਅਰ ਕਰਤਾ। ਅਸੀਂ ਤਾਂ 12 ਅਕਤੂਬਰ 2020 ਨੂੰ ਪਹਿਲੀ ਵਾਰ ਪੰਜਾਬ ਦੇ ਸਾਰੇ ਐਮਐਲਏ, ਦਿੱਲੀ ਦੇ ਮੰਤਰੀ, ਅਰਵਿੰਦ ਕੇਜਰੀਵਾਲ ਜੀ ਖੁਦ ਜੰਤਰ ਮੰਤਰ ਤੇ ਧਰਨਾ ਦੇ ਕੇ ਕਿਹਾ ਸੀ ਕਾਨੂੰਨ ਵਾਪਸ ਲਓ। ਸੋ ਅਸੀਂ ਅੱਜ ਵੀ ਕਹਿੰਦੇ ਆ ਇਹ ਕਾਨੂੰਨ ਵਾਪਸ ਲਓ। ਮੈਂ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਹੈ, ਸਪੈਸ਼ਲ ਅਧੀਰ ਰੰਜਨ ਚੌਧਰੀ ਜੀ ਨੇ ਲਿਖੀ ਹੈ, ਹੋਰ ਵੀ ਐਮਪੀਆਂ ਨੇ ਲਿਖੀ ਹੈ ਕਿ ਇੱਕ ਦਿਨ ਦਾ ਸੈਸ਼ਨ ਬੁਲਾ ਲਓ, ਇਹ ਕਾਨੂੰਨ ਵਾਪਸ ਲੈ ਲਓ, ਅਸੀਂ ਤੁਹਾਡਾ ਸਮਰਥਨ ਕਰਾਂਗੇ। ਤੁਸੀਂ ਇਹ ਗੱਲ ਵੀ ਐਡਮਿਟ ਕਰ ਲਓ कि साथों गलती होगी, जिमें कानून पास कराए ने, हाँ, जो इस कानून के पक्ष में हाँ कहें, जो इस पक्ष में नहीं है ना कहें, हाँ वालों की जीत हुई, हाँ वालों की जीत आए, इदा धक्के नाल पास कराए ने। की लोड़ पई सी, किहड़ी एमरजेंसी आई सी कि जिहड़े कानून कोरोना की आफत दे विच जिहड़ा एक पास कराने पै गए। सो आपदा में से अफसर ढूंढ रहे हैं जो कि जिस मकसद में बीजेपी की सरकार टोटल फेल हुई है, और किसान जो हैं पूरे देश के वो एकजुट हैं, और ये लोक आंदोलन है, किसान आंदोलन है, और इसको कामयाब करने के लिए आम आदमी पार्टी दिल्ली में सरकार है, जितना भी उनकी सुविधा के लिए खातरदारी कर सकती है हम करते रहेंगे। मान साहब एक सवाल हो रहा है, ਜਿਹੜੀ ਮੀਟਿੰਗਾਂ ਹੋ ਰਹੀਆਂ ਉਹਦੇ ਵਿੱਚ ਹਰਿਆਣਾ ਦੇ ਜਿਹੜੇ ਕਿਸਾਨ ਨੇ ਜਥੇਬੰਦੀ ਉਹਨਾਂ ਨੂੰ ਲੈ ਕੇ ਜਾ ਰਹੇ, ਪੰਜਾਬ ਨੂੰ ਲੈ ਕੇ ਜਾ ਰਹੇ ਨੇ, ਕਿਤੇ ਨਾ ਕਿਤੇ ਨਹੀਂ ਹਰਿਆਣਾ ਦੇ ਗੁਰਨਾਮ ਸਿੰਘ ਚੜੂਨੀ ਗਏ ਸੀਗੇ ਨਾ ਕਰਕੇ ਸੀ ਹਰਿਆਣਾ ਦੇ ਲੈ ਕੇ। ਨਹੀਂ ਕੱਲ ਜਿਹੜੀ ਇੱਕ ਗੱਲ ਹੋਰ ਮੈਂ ਦੱਸਦਾ ਕਿ ਕਿਸਾਨਾਂ ਨੇ ਕੱਲ ਜਿਹੜੀ ਇੱਕ ਬਹੁਤ ਵਧੀਆ ਗੱਲ ਕੀਤੀ
ਕਿ ਸਰਕਾਰ ਵੱਲੋਂ ਉਹਨਾਂ ਨੂੰ ਲੰਚ ਆਫਰ ਕੀਤਾ ਗਿਆ, ਉਹ ਕਹਿੰਦੇ ਅਸੀਂ ਤੁਹਾਡਾ ਨਮਕ ਨਹੀਂ ਖਾਣਾ, ਅਸੀਂ ਤਾਂ ਆਪਣਾ ਲੰਗਰ ਲੈ ਕੇ ਆਏ ਹਾਂ। ਕੱਲ ਉੱਥੇ ਚੰਡੂਣੀ ਸਾਹਿਬ ਹੀ ਗੁਰਨਾਮ ਸਿੰਘ ਜੀ ਜਿਹੜੇ ਹਰਿਆਣਾ ਦੇ ਪ੍ਰਧਾਨ ਨੇ, ਤੇ ਉਹਨਾਂ ਨੇ ਉਹ ਥੱਲੇ ਬਹਿ ਕੇ ਰੋਟੀ ਖਾ ਰਹੇ ਸੀ। ਸੋ ਉਹਨਾਂ ਨੇ ਦੱਸਤਾ ਇਹ ਕਿ ਅਸੀਂ ਭੁੱਖੇ ਨਹੀਂ ਮਰਦੇ, ਕਿਤੇ ਸੋਚੋ ਅਸੀਂ ਤੁਹਾਡੀ ਰੋਟੀ ਖਾਣ ਆਏ ਹਾਂ ਜਾਂ ਅਸੀਂ ਤੁਹਾਡੀ ਚਾਹ ਪੀਣ ਆਏ ਹਾਂ। ਅਸੀਂ ਅੰਨਦਾਤਾ ਹਾਂ, ਅਸੀਂ ਜੇ ਲੋਕਾਂ ਵਾਸਤੇ ਉਗਾ ਸਕਦੇ ਹਾਂ, ਆਪਦੇ ਵਾਸਤੇ ਵੀ ਉਗਾ ਸਕਦੇ ਹਾਂ। ਸੋ ਇਸ ਗੱਲ ਤੋਂ ਸਮਝਣਾ ਚਾਹੀਦਾ ਹੈ ਮੋਦੀ ਸਰਕਾਰ ਨੂੰ ਕਿ ਉਹ ਏਸੀ ਕਮਰਿਆਂ 'ਚ ਵਧੀਆ ਪਲੇਟਾਂ 'ਚ ਜਾਂ ਚਾਂਦੀ ਦੇ ਚਮਚਿਆਂ ਨਾਲ ਰੋਟੀ ਖਾਣ ਵਾਲੇ ਨਹੀਂ ਹੈਗੇ। ਉਹ 2 ਰੋਟੀਆਂ ਤੇ ਗੰਢਾ ਧਰ ਕੇ ਤੇ 4 ਧਰ ਕੇ ਰੋਟੀ ਖਾਣ ਵਾਲੇ ਨੇ। ਉਹ ਗਰਾਊਂਡ 'ਚੋਂ ਨਿਕਲੇ ਹੋਏ ਨੇ, ਜ਼ੀਰੋ ਗਰਾਊਂਡ ਤੋਂ ਜੀ। ਮੀਟਿੰਗ ਕਰਕੇ ਉਹ ਕਹਿੰਦੇ ਕਿ ਕੇਂਦਰ ਹਾਰ ਕੇ ਕਿਸਾਨੀ ਲੜਾਈ ਹੈ, ਪੰਜਾਬ ਦੀ ਨਾਲ ਲੜਾਈ ਨਹੀਂ। ਕੈਪਟਨ ਸਾਹਿਬ ਤਾਂ ਜੀ ਕੀ ਕਹਿ ਸਕਦੇ ਹਾਂ, ਉਹ ਹੁਣ ਕਹਿੰਦੇ ਪੰਜਾਬ ਨਾਲ ਕੋਈ ਲੜਾਈ ਨਹੀਂ ਹੈ, ਕੇਂਦਰ ਨਾਲ ਲੜਾਈ ਹੈ। ਤੇ ਲੜਨਾ ਕੀ ਨੇ ਫਿਰ? ਹੈੱਡ ਕੌਣ ਹੈ ਸਟੇਟ ਦਾ? ਮੁੱਖ ਮੰਤਰੀ ਕੌਣ ਹੈ? ਤੇ ਉਹਨਾਂ ਨੂੰ ਨਾਲ ਜਾਣਾ ਚਾਹੀਦਾ ਨਾ ਕਿ ਚਲੋ ਜੀ ਨਾਲ ਆਓ ਆਪਾਂ ਗੱਲ ਕਰਦੇ ਹਾਂ। ਹੋਰ ਮੁੱਖ ਮੰਤਰੀ ਨੂੰ ਉਹ ਬੁਲਾਉਂਦੇ ਵੀ ਆਓ ਆਪਾਂ ਗੱਲ ਕਰੀਏ। ਕਾਂਗਰਸ ਦੇ ਮੁੱਖ ਅਸ਼ੋਕ ਗਹਿਲੋਤ ਰਾਜਸਥਾਨ ਤੋਂ, ਛੱਤੀਸਗੜ੍ਹ ਤੋਂ ਬੁਲਾਓ ਉਹਨਾਂ ਨੂੰ, ਗੱਲ ਕਰੋ ਵੀ ਆਓ ਭਾਈ ਇਹ ਸਾਡੇ ਕਿਸਾਨਾਂ ਦਾ ਮੁੱਦਾ ਹੈ, ਅਸੀਂ ਹੱਲ ਕਰਾਉਣਾ ਹੈ। ਉਹ ਕੈਪਟਨ ਸਾਹਿਬ ਨੇ ਤਾਂ ਲਾਵਾਰ ਛੱਡਤੇ ਕਿਸਾਨ ਕਿ ਜਾਓ ਉੱਥੇ ਧੱਕੇ ਖਾਓ, ਉੱਥੇ ਠੰਡ 'ਚ ਮਰੋ, ਹੈ ਜੀ, ਬਦੀਨ ਹੋ। ਸੋ ਇਹ ਜ਼ਿੰਮੇਵਾਰੀ ਜਿਹੜੀ ਉਹਨਾਂ ਨੂੰ ਨਿਭਾਉਣੀ ਚਾਹੀਦੀ ਸੀ, ਕੈਪਟਨ ਸਾਹਿਬ ਨੇ ਨਹੀਂ ਨਿਭਾਈ, ਕਿਉਂਕਿ ਉਹ ਆਪਣੇ ਫਾਰਮ ਹਾਊਸ ਦੇ ਵਿੱਚ ਬੈਠੇ ਨੇ। ਇੱਥੋਂ ਸਿੱਧੇ ਜਾਂਦੇ ਨੇ ਹੈਲੀਕਾਪਟਰ ਅਮਿਤ ਸ਼ਾਹ ਕੋਲੇ, ਅਮਿਤ ਸ਼ਾਹ ਕੋਲੋਂ ਵਾਪਸ ਆ ਜਾਂਦੇ ਨੇ।